ਵਾਹਿਗੁਰੂ ਸਾਹਿਬ ਜੀਓ। ਗੁਰਪੂਰਾ ਭੇਟਿਓ ਵਡ ਭਾਗੀ, ਮਨ ਹੈ ਭਇਆ ਪਰਗਾਸਾ। ਕੋਇ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰਪੂਰਾ ਜਿਨ ਸਿਮਰਿਆ, ਸੇਈ ਭੈ ਨਿਹਾਲ। ਨਾਨਕ ਨਾਮ ਅਰਾਧਨਾ, ਕਾਰਜ ਆਵੈ ਰਾਸ। ਸਤਿਗੁਰੂ ਗਰੀਬ ਨਵਾਜ 10 ਪਾਤਸ਼ਾਹੀਆਂ, ਛਤਰ ਚਵਰ ਤਖਤ ਦੇ ਮਾਲਕ ਰੱਬ ਦੇ ਸਰੂਪ, ਸ਼ਬਦ ਰੂਪ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਸਾਧ ਸੰਗਤ ਜੀਓ। ਕੁਝ ਕਹਿਣ ਤੋਂ ਪਹਿਲਾਂ ਸਾਰੇ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਮਾਗਮ ਵਿੱਚ ਆਪ ਜੀ ਗੁਰਮਤਿ ਵਿਚਾਰਾਂ, ਗੁਰੂ ਇਤਿਹਾਸ ਸਰਵਣ ਕਰਨ ਲਈ ਪਹੁੰਚੇ ਹੋ। ਗੁਰਬਾਣੀ ਵੀ ਇੱਕ ਭੋਜਨ ਹੈ। ਜੇ ਅਸੀਂ ਗੁਰਬਾਣੀ ਨੂੰ ਭੋਜਨ ਬਣਾ ਕੇ ਖਾਵਾਂਗੇ, ਜਿਵੇਂ ਖਾਧਾ ਹੋਇਆ ਭੋਜਨ ਜਦੋਂ ਸਰੀਰ ਦਾ ਹਿੱਸਾ ਬਣਦਾ ਹੈ ਤੇ ਖੁਰਾਕ ਆਪਣਾ ਅਸਰ ਵਿਖਾ ਦਿੰਦੀ, ਪਤਾ ਲੱਗਦਾ ਹੈ। ਕੋਈ ਵੀ ਚੀਜ਼ ਸਰੀਰ ਦੇ ਪੱਧਰ 'ਤੇ ਅਸੀਂ ਵਰਤਨੇ ਹਾਂ, ਜਿਵੇਂ ਦੀ ਖੁਰਾਕ ਮਿਲਦੀ ਹੈ, ਜਿਵੇਂ ਦੀ ਅਸੀਂ ਉਹਨੂੰ ਗਜਾ ਦਿੰਦੇ ਹਾਂ, ਸਰੀਰ ਉਹਦੀ ਖਬਰ ਜ਼ਰੂਰ ਦਿੰਦਾ ਇਹਨੇ ਕੁਝ ਨਾ ਕੁਝ ਖਾਧਾ ਹੈ। ਇਹਦੇ ਚਿਹਰੇ ਦੀ ਲਾਲੀ, ਇਹਦੀਆਂ ਬਾਹਾਂ ਦੀ ਤਾਕਤ ਦੱਸਦੀ ਏ ਕਿ ਬੰਦਾ ਖੁਰਾਕ ਖਾਂਦਾ ਹੈ। ਇਹ ਬਾਹਰਲਾ ਸਰੀਰ ਹੈ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਦੇ ਹਾਂ ਤੇ ਮਹਾਰਾਜ ਕਹਿੰਦੇ ਇਹ ਬਾਹਰਲਾ ਸਰੀਰ ਇੱਕੋ ਹੀ ਹੈ। ਇਸ ਸਰੀਰ ਦੇ ਅੰਦਰ ਇੱਕ ਦੂਜਾ ਸਰੀਰ ਹੈ, ਉਹਦੀ ਖੁਰਾਕ ਵੱਖਰੀ ਹੈ। ਉਹ ਅੰਦਰਲਾ ਸਰੀਰ, ਉਹਦੀ ਸਾਧਨਾ ਹੀ ਸਿੱਖੀ ਦੀ ਸਾਧਨਾ ਹੈ। ਹੁਣ ਅੰਦਰ ਲਿਜਾਣਾ ਹੈ, ਅੰਤਰਗਤ ਤੀਰਥ ਮਲ ਨਾਓ। ਜਦੋਂ ਅਸੀਂ ਸਭ ਤੋਂ ਪਹਿਲਾਂ ਤੇ ਗੁਰੂ ਕੀ ਬਾਣੀ ਦੇ ਵਿੱਚੋਂ ਮੈਂ ਦੋ ਹੀ ਗੱਲਾਂ ਤੇ ਟਾਈਮ ਵਿੱਚ ਬੇਨਤੀ ਕਰ ਦਿਆਂਗਾ। ਪਹਿਲਾਂ ਤੇ ਇਸ ਸਰੀਰ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਹੈ। ਇਹ ਇੱਥੋਂ ਦੀ ਵਿੱਦਿਆ ਹੈ, ਇੱਥੋਂ ਦੀ ਕਲਾਸ। ਤੇ ਕਲਾਸ ਦੇ ਵਿੱਚ ਵਿਦਿਆਰਥੀ ਚੰਗੀ ਤਰ੍ਹਾਂ ਸੁਚੇਤ ਹੋ ਕੇ ਅਟੈਂਡ ਕਰੇ, ਉਹਦੇ ਪੱਲੇ ਕੁਝ ਪੈਂਦਾ ਹੈ। ਤੇ ਜੇ ਉਹ ਧਿਆਨ ਨਹੀਂ ਦਿੰਦਾ ਤੇ ਕਈ ਵਾਰੀ ਸਕੂਲ ਵਿੱਚ ਵੀ 10-10 ਸਾਲ ਲਾ ਦਿੰਦਾ ਵਿਦਿਆਰਥੀ, ਪਰ ਉੱਥੋਂ ਉਹਨੂੰ ਕੋਈ ਅੱਖਰ ਉਹਨੂੰ ਚੇਤੇ ਵਿੱਚ ਨਹੀਂ ਰਹਿੰਦਾ। ਇੱਥੇ ਕੁਝ ਸਿੱਖਣਾ ਹੈ। ਕੀ ਸਿੱਖਣਾ ਹੈ? ਮਹਾਰਾਜ ਕਹਿੰਦੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਇੱਥੇ ਸ਼ਬਦ ਸਿੱਖਣਾ ਹੈ। ਇੱਥੇ ਗੁਰੂ ਕੀ ਬਾਣੀ ਨੂੰ ਧਿਆਨ ਨਾਲ ਆਪਣੇ ਅੰਦਰ ਲੈ ਕੇ ਜਾਣਾ। ਮੈਂ ਗੱਲ ਕਰ ਲਿਆ ਸੀ, ਇੱਕ ਬਾਹਰਲਾ ਸਰੀਰ ਹੈ। ਬਾਹਰਲੇ ਸਰੀਰ ਦੀ ਖੁਰਾਕ ਦੁਨੀਆ ਵਿੱਚ ਬੜੀ ਹੈ। ਮਹਾਰਾਜ ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕੀਤਾ ਸੀ। ਉਹਨਾਂ ਨੇ ਪੰਗਤ ਦੀ ਜਿਹੜੀ ਇਹ ਸ਼ੁਰੂਆਤ ਕੀਤੀ, ਤੇ ਜਿਹੜੀ ਵੀ ਸੰਗਤ ਆਉਂਦੀ ਹੈ ਤਾਂ ਹੁਕਮ ਹੈ ਕਿ ਪਹਿਲਾਂ ਪੰਗਤ ਪਾਛੇ ਸੰਗਤ ਕਰਨੀ। ਇਹ ਹੁਕਮ ਸੀ। ਇਹਦਾ ਮਤਲਬ ਇਹ ਸੀ
कि शरीर की पूर्ति पहला करके आ जाना ताकि ध्यान पिछे ना जाए भी मैं कुछ खाना है, ध्यान इत्थे रवे, विच शामिल रवे। पर कई बारी की हुंदा है, असी शरीर की पूर्ति इन्नी कर लेने आ भी मन की पूर्ति का फिर टाइम ही नहीं लगता। कहण तो भाव है कि गुरुद्वारे दे विच भी आके गुरु दे कोल ना आउणा, चलो गुरुद्वारे ना आउणा तो एक बड़ा वड्डा वो तो वखरा काम है, पर गुरु कोल आके गुरुद्वारे विच भी आके गुरु तो पासे रहना, ये होर वड्डा नुक्स पै गया। ये तो इस तरह हो गया, कबीर जी कहते ने कि जिवें एक बंदा समुंदर के किनारे ते बह के प्यासा रह गया, एक तो समुंदर के कोल आए नहीं, दरिया के कोल आए नहीं, एक किनारे ते आ के प्यासा रह गया, उहदी हालात उहदे तो भी ज़्यादा तरसयोग है। तो आपां इस दो विषयां ते बेनती करांगे। एक साडा बाहरला शरीर है, इहदी खुराक भोजन है, ये असीं बाहरों छक लिया। महाराज गुरु अमरदास पातशाह ने कहा पहला पंगत, हुण इहदा मतलब कला ये नहीं सी भी लंगर छकना है, इहदा अर्थ कोई होर सी, थोड़ा जिहा ध्यान दिओ। इहदा मतलब सी भी गुरु के सिखा ये दस, तू लंगर छक के आया है, लंगर छकन लग्या तेरा मन कदी लंगर तो बाहर नहीं गया, बड़ा विच टिकिया होया सी, तू एक एक गराही नूं पूरी सुरती नाल खाधा। जे माड़ा जिहा नमक घट है तां भी तैनूं पता लगा भी इहदे विच फर्क है कुछ, जे उहदे विच किते रोड़ आ गया तां भी तेरी सुरती नूं पता लग गया, जे उहदे विच कोई घट वध गर्म सर्द है तां भी उहनूं पता लग गया। इत्थे पंगत विच लंगर छकण दा मतलब ये सी, सतगुरां ने हदायत कीती कि गुरु के प्यारिया जिन्ना मन तू लंगर विच ला के प्रशादे नूं ध्यान नाल छकिया, हुण तू गुरु ग्रंथ साहिब दे कोल आया, गुरु की बाणी नूं भी इन्ने ध्यान नाल सुनी, नहीं तो अद्धा काम उत्थे तू कर आया ते जिहड़ा जरूरी सी अध विच रह गया। इत्थे मन नूं शामिल करना एक खुराक शरीर दी है। वैसे तो बाणी कहंदी है कि इन्हां शरीर दे अंगां दे राहीं ही गुरु का शब्द साडे मन विच प्रवेश करेगा। ये पहली परत है, ये पहला रस्ता है। पहला शरीर एकाग्र होवेगा, साडा शरीर पहला एकाग्र होवेगा, उहदे विच ज्ञान आवेगा, ते शरीर दे जिहड़े साडे अवगुण ने उन्हां नूं पहला सिख त्याग करेगा। कलगीधर पातशाह अपनी बाणी विच बचन कहंदे ने, वो है गुरमुख ਜਿਹੜਾ ਗਿਆਨ ਦੀ ਬੌਕਰ ਲੈ ਕੇ, ਗਿਆਨ ਦਾ ਮਾਂਝਾ ਲੈ ਕੇ ਆਪਣੇ ਸਰੀਰ ਦੀਆਂ ਜਿਹੜੇ ਕੁਕਰਮ ਨੇ ਉਸ ਕੂੜੇ ਨੂੰ ਬਾਹਰ ਕੱਢ ਦਿੰਦਾ। ਪਹਿਲਾਂ ਇੱਥੋਂ ਕੰਮ ਸ਼ੁਰੂ ਕੀਤਾ, ਧੰਨ ਜੀਓ ਤੇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ। ਉਹ ਧੰਤਾ ਦੇ ਯੋਗ ਹੈ ਜਿਹੜਾ ਯੁੱਧ ਕਰਦਾ। ਹੁਣ ਆਪਾਂ ਕਹਾਂਗੇ ਵੀ ਸਾਰੀ ਦੁਨੀਆ ਯੁੱਧ ਥੋੜੀ ਕਰਦੀ ਹੈ, ਆ ਕਿੰਨੀ ਫੌਜ ਵਿੱਚ ਕਿੰਨੇ ਲੋਕ ਭਰਤੀ ਹੋਏ ਨੇ, ਸਾਰੇ ਤੇ ਇਹਨਾਂ ਵਿੱਚੋਂ ਵੀ ਨਹੀਂ ਲੜਦੇ। ਕਈ ਜਿਉਂ ਉਹਨਾਂ ਨੇ ਨੌਕਰੀ ਸ਼ੁਰੂ ਕੀਤੀ ਇਸੇ ਤਰ੍ਹਾਂ ਹੀ ਤਨਖਾਹ ਲੈਂਦੇ ਰਹੇ, ਵਾਪਸ ਆ ਗਏ। ਜੰਗ ਸਾਰੇ ਨਹੀਂ ਕਰਦੇ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਸੋ ਜੋ ਕਰੈ ਨਿਤ ਜੰਗ। ਖਾਲਸਾ ਉਹ ਜਿਹੜਾ ਨਿਤ ਜੰਗ ਕਰਦਾ। ਇਹ ਜੰਗ ਕਿਹੜਾ ਹੈ? ਠੀਕ ਹੈ, ਲੋੜ ਪੈਣ ਤੇ ਸਤਿਗੁਰਾਂ ਨੇ ਸਿੱਖ ਨੂੰ ਸ਼ਸਤਰ ਦਿੱਤੇ ਨੇ, ਪਰ ਜੰਗ ਕਿਹੜਾ ਹੈ? ਲੜਾਈ ਕਿਹੜੀ ਲੜਨੀ ਹੈ? ਯੁੱਧ ਕਿਹੜਾ ਲੜਨਾ ਹੈ? ਇਸ ਸਾਡੇ ਹੀ ਸਰੀਰ ਦੇ ਵਿੱਚ ਇੱਕ ਸਾਡਾ ਮਨ ਹੈ ਜਿਹੜਾ ਗੁਰੂ ਦੀ ਗੱਲ ਜ਼ਿੰਦਗੀ ਵਿੱਚ ਕਮਾਉਣ ਵਾਸਤੇ ਤਿਆਰ ਨਹੀਂ। ਮਹਾਰਾਜ ਕਹਿੰਦੇ ਨੇ ਇੱਥੇ ਆਇਆ ਤੇ ਉਸ ਮਨ ਦੇ ਨਾਲ ਲੜਨ ਦੀ ਇੱਥੋਂ ਤਾਕਤ ਹਾਸਲ ਕਰ ਲੈ। ਜੇ ਤੂੰ ਉਹਦੇ ਆਖੇ ਲੱਗਦਾ ਰਿਹਾ, ਜੇ ਤੂੰ ਉਸ ਮਨ ਦੇ ਸਹਾਰੇ ਤੇ ਜ਼ਿੰਦਗੀ ਜਿਉਂਦਾ ਰਿਹਾ, ਜਿਹੜਾ ਮਨ ਤੈਨੂੰ ਗੁਰੂ ਤੋਂ ਦੂਰ ਲੈ ਕੇ ਜਾਂਦਾ ਹੈ, ਉਹਦੇ ਨਾਲ ਯੁੱਧ ਕਰਨ ਦੀ ਜਾਚ ਸਿੱਖ ਗੁਰੂ ਕੋਲੋਂ। ਇਹ ਸਭ ਤੋਂ ਪਹਿਲੀ ਪੌੜੀ ਹੈ ਸਿੱਖ ਦੀ, ਪਹਿਲੀ ਮੰਜ਼ਿਲ ਹੈ, ਪਹਿਲੀ ਕਲਾਸ ਹੈ। ਉਸ ਮਨ ਦੇ ਨਾਲ, ਉਸ ਬੁਰਿਆਈ ਦੇ ਨਾਲ ਯੁੱਧ ਕਰਨਾ। ਉਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਯੁੱਧ ਵਿਚਾਰੈ।
देह अनित न नित रहै, जस नाव चढ़ै भव सागर तारै। ਇਹ ਹੁਣ ਕੰਮ ਕੌਣ ਕਰੇਗਾ? ਇੱਥੇ ਧਿਆਨ ਦੇਣਾ। ਧਰਮ ਅਸਲ ਵਿੱਚ ਕਮਾਈ ਹੋ ਸਕਦਾ ਹੈ ਜਿਹੜਾ ਸਰੀਰ ਨੂੰ ਪਿਆਰ ਨਹੀਂ ਕਰਦਾ, ਜ਼ਮੀਰ ਨੂੰ ਪਿਆਰ ਕਰਦਾ ਹੈ। ਸਰੀਰ ਨੂੰ ਪਿਆਰ ਕਰਨ ਵਾਲਾ ਮਨੁੱਖ ਸਰੀਰ ਦੇ ਰਸਾਂ ਵਿੱਚ ਫਸਿਆ ਹੋਵੇਗਾ, ਤੇ ਸਰੀਰ ਦੇ ਰਸਾਂ ਵਿੱਚ ਫਸਿਆ ਹੋਇਆ ਮਨੁੱਖ ਜ਼ਮੀਰ ਤੌਰ 'ਤੇ ਬੜਾ ਹੀ ਕਮਜ਼ੋਰ ਹੋਵੇਗਾ। ਉਹਦੇ ਫੈਸਲੇ ਹੀ ਬੜੇ ਕਮਜ਼ੋਰ ਹੋਣਗੇ, ਉਹ ਜ਼ਿੰਦਗੀ ਵਿੱਚ ਫੈਸਲੇ ਨਹੀਂ ਕਰ ਸਕੇਗਾ। ਇਸ ਲਈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ, ਆ ਬਾਣੀ ਵਿੱਚ ਬਚਨ ਆਉਂਦੇ ਨੇ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇੱਥੇ ਮਰਨ ਦਾ ਮਤਲਬ ਕੀ ਹੈ? ਮਰਨ ਦਾ ਮਤਲਬ ਹੈ ਜੇ ਤੂੰ ਉਸ ਆਨੰਦ ਨੂੰ ਲੱਭਣਾ ਹੈ, ਉਹ ਮਰਨ ਤੋਂ ਬਾਅਦ ਮਿਲੇਗਾ, ਮਰਨ ਤੋਂ ਪਹਿਲਾਂ ਨਹੀਂ। ਆਨੰਦ ਦੀ ਪ੍ਰਾਪਤੀ ਆ ਸਾਨੂੰ ਸੱਚੇ ਪਾਤਸ਼ਾਹ ਜੀ ਨੇ 5 ਬਾਣੀਆਂ ਦਿੱਤੀਆਂ, ਤੇ 5 ਬਾਣੀਆਂ ਦੇ ਵਿੱਚ ਜਿਹੜੀ ਸਭ ਤੋਂ ਅਖੀਰਲੀ ਬਾਣੀ ਹੈ ਉਹ ਬਾਣੀ ਆਨੰਦ ਸਾਹਿਬ ਹੈ। ਤੇ ਆਨੰਦ ਤੱਕ ਪਹੁੰਚਣਾ ਹੀ ਸਿੱਖੀ ਦੀ ਮੰਜ਼ਿਲ ਹੈ। ਆਨੰਦ ਕਿਹਨੂੰ ਕਹਿੰਦੇ ਨੇ? ਸੁੱਖ ਹੋਰ ਚੀਜ਼ ਹੈ, ਸਵਾਦ ਹੋਰ ਚੀਜ਼ ਹੈ। ਆਨੰਦ ਉਹ ਚੀਜ਼ ਹੈ ਜਿਹੜੀ ਲਗਾਤਾਰ, ਜਿਹਨੂੰ ਇੱਕ ਵਾਰੀ ਮਿਲ ਗਿਆ ਉਹ ਸਰੀਰ ਤੱਕ ਸੀਮਤ ਨਹੀਂ ਵੀ ਸਰੀਰ ਹੈ ਤੇ ਆਨੰਦ ਰਹਿਣਾ, ਉਹ ਸਰੀਰ ਤੋਂ ਬਾਅਦ ਵੀ ਕਾਇਮ ਰਹਿੰਦਾ। ਆਨੰਦ ਉਹਨੂੰ ਕਹਿੰਦੇ ਨੇ। ਇਹ ਆਨੰਦ ਉਦੋਂ ਵੀ ਕਾਇਮ ਰਿਹਾ ਜਦੋਂ ਭਾਈ ਤਾਰੂ ਸਿੰਘ ਜੀ ਦਾ ਬੰਦ ਕੱਟਿਆ ਗਿਆ। ਉਸ ਆਨੰਦ ਤੱਕ ਜਾਣਾ, ਪਰ ਆਨੰਦ ਤੱਕ ਜਾਣ ਤੋਂ ਪਹਿਲਾਂ ਪਹਿਲੀਆਂ ਕਲਾਸਾਂ ਵਿੱਚੋਂ ਲੰਘਣਾ ਪਏਗਾ, ਕਿਉਂਕਿ ਗੁਰਮਤਿ ਜਿਹੜੀ ਹੈ ਇਹ ਨਾ ਇਕੱਲੀ ਫਿਲਾਸਫੀ ਹੈ, ਨਾ ਇਕੱਲੀ ਥਿਓਰੀ ਹੈ ਕਿ ਇੱਕ ਬੰਦਾ ਇਹਨੂੰ ਬੋਲਦਾ ਹੈ, ਤੇ ਨਾ ਇਸ ਤਰ੍ਹਾਂ ਦਾ ਕੋਈ ਗਿਆਨ ਹੈ ਕਿ ਇੱਕ ਬੰਦਾ ਚੰਗੀ ਤਰ੍ਹਾਂ ਨੂੰ ਸਮਝ ਲਵੇ ਤੇ ਸਮਝਣ ਦੇ ਨਾਲ ਹੀ ਉਹ ਸਮਝ ਲਓ ਉਹਦੇ ਕੋਲ ਆ ਗਿਆ। ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਇਹ ਕਰਨਾ ਪਏਗਾ। ਕਿੱਥੋਂ ਸ਼ੁਰੂਆਤ ਕਿੱਥੋਂ ਹੁੰਦੀ ਹੈ ਆਨੰਦ ਤੱਕ ਪਹੁੰਚਣ ਦੀ? ਆਪਾਂ ਇੱਕ ਛੋਟਾ ਜਿਹਾ ਸਬਜੈਕਟ ਲੈ ਲਈਏ, ਕੁਝ ਪੱਲੇ ਪੈ ਜਾਏ। ਆਨੰਦ ਤੱਕ ਜਾਣ ਦੀ ਪਹਿਲੀ ਕਲਾਸ ਹੈ ਜਪਜੀ ਸਾਹਿਬ। ਪਹਿਲਾਂ ਜਪ ਸ਼ੁਰੂ ਹੋਵੇਗਾ। ਜਿਹਨੇ ਅਜੇ ਜਪ ਹੀ ਨਹੀਂ ਕੀਤਾ ਉਹ ਸਿੱਖੀ ਦੀ ਕਲਾਸ ਦੇ ਵਿੱਚ ਦਾਖਲ ਹੀ ਨਹੀਂ ਹੋਇਆ। ਪਹਿਲੀ ਕਲਾਸ ਜਪਜੀ, ਜਪਜੀ ਦਾ ਅਭਿਆਸ, ਜਪਜੀ ਦੀਆਂ ਪੌੜੀਆਂ ਦਾ ਅਭਿਆਸ, ਇਹ ਪਹਿਲੀ ਕਲਾਸ ਹੈ। ਜਪਜੀ ਸਾਹਿਬ ਦੇ ਵਿੱਚ ਕੀ ਹੈ? ਪਹਿਲੀ ਕਲਾਸ ਹੈ ਗੁਰੂ ਦੇ ਹੁਕਮ ਵਿੱਚ ਚੱਲਣਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਪਹਿਲੀ ਕਲਾਸ ਹੈ ਸਿੱਖ ਦੀ, ਹੁਕਮ ਮੰਨਣਾ। ਇੱਕ ਪੌੜੀ ਲੈ ਲਈਏ, ਬਹੁਤਾ ਵਿਸਤਾਰ। ਆਨੰਦ ਤੱਕ ਜਾਣ ਵਾਸਤੇ ਪਹਿਲੀ ਕਲਾਸ ਜਪਜੀ ਸਾਹਿਬ। ਜਿੱਦਣ ਗੁਰੂ ਕਾ ਸਿੱਖ ਜਪਜੀ ਸਾਹਿਬ ਦੀਆਂ 38 ਪੌੜੀਆਂ ਨੂੰ ਪਾਰ ਕਰ ਗਿਆ, ਇੱਕ ਇੱਕ ਪੌੜੀ ਤੇ ਉਹਦੀ ਸੁਰਤੀ ਚੜ੍ਹਦੀ ਗਈ, ਜੀਵਨ ਤਬਦੀਲ ਹੁੰਦਾ ਗਿਆ। ਹੁਣ ਜੀਵਨ ਕਿਤੇ ਬਦਲੇਗਾ ਤਾਂ ਹੀ ਪਤਾ ਲੱਗਾ ਨਾ ਗੁਰੂ ਕੇ ਸਿੱਖ ਨੇ ਬਾਣੀ ਪੜ੍ਹੀ ਹੈ। ਇਕੱਲਾ ਇਹਦੇ ਨਾਲ ਕੋਈ ਨਹੀਂ ਮਸਲਾ ਹੱਲ ਹੁੰਦਾ ਕਿ ਮੈਂ ਪੰਜਾਬ ਦੇ ਵਿੱਚ ਜਨਮ ਲਿਆ ਹੈ, ਮੇਰਾ ਮਾਤਾ ਪਿਤਾ ਸਿੱਖ ਸੀ, ਮੇਰਾ ਦਾਦਾ ਸਿੱਖ ਸੀ, ਇਹਦੇ ਨਾਲ ਮਸਲਾ ਹੱਲ ਨਹੀਂ ਹੋਣਾ। ਅਸਲ ਵਿੱਚ ਮਸਲਾ ਉਦਣ ਹੱਲ ਹੋਣਾ ਹੈ ਜਿੱਦਣ ਜਪਜੀ ਸਾਹਿਬ ਦੀ ਬਾਣੀ ਸਿੱਖ ਦੇ ਜੀਵਨ ਦੇ ਵਿੱਚੋਂ ਆਪਣੇ ਆਪ ਉਹਦੇ ਦਰਸ਼ਨ ਹੋਣ ਲੱਗ ਪਏ। ਹੁਣ ਅਸੀਂ ਆਪਣੇ ਸਮਾਜ ਵੱਲ ਵੇਖਦੇ ਹਾਂ, ਜੇ ਜ਼ਿੰਦਗੀ ਦੇ ਵਿੱਚ ਆ ਵੇਖਦੇ ਹਾਂ ਪਿੰਡਾਂ ਦੇ ਵਿੱਚ ਨਸ਼ਿਆਂ ਦਾ ਹੜ੍ਹ, ਨਸ਼ਿਆਂ ਦੀ ਭਰਮਾਰ, ਸਵਾਲ ਖੜਾ ਹੁੰਦਾ ਵੀ ਇਹ ਉਹ ਹੀ ਬੰਦੇ ਨੇ, ਇਹ ਉਹ ਹੀ ਬੰਦੇ ਨੇ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਜੰਮਪਲ ਕਹਿੰਦੇ ਨੇ। ਇਹਦਾ ਮਤਲਬ ਇੱਥੇ ਗੁਰੂ ਵਿੱਚ ਤੇ ਸਿੱਖ ਦੇ ਵਿੱਚ ਦੂਰੀ ਵੱਧ ਗਈ। ਗੁਰੂ ਨੇ ਕੁਝ ਹੋਰ ਕਿਹਾ ਸੀ, ਸਿੱਖ ਨੇ ਕੁਝ ਹੋਰ ਕਿਹਾ। ਇਹਨੂੰ ਨਾਮ ਦਾ ਨਸ਼ਾ ਹੁਣ ਚੰਗਾ ਨਹੀਂ ਲੱਗਦਾ, ਇਹ ਸੰਸਾਰੀ ਨਸ਼ੇ ਵਿੱਚ ਫਸ ਗਿਆ। ਇੱਥੋਂ ਗੁਰੂ ਤੇ ਸਿੱਖ ਦਾ ਨਾਤਾ ਸੰਬੰਧ ਜਿਹੜਾ ਹੈ ਉਹਦੀਆਂ ਸੜਕਾਂ ਵੱਖਰੀਆਂ ਹੋ ਗਈਆਂ। ਆ ਤੁਸੀਂ ਸੁਣਿਆ ਨਾ
ਕਲਗੀਧਰ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਸਨ, ਘੋੜਾ ਅੜ ਗਿਆ, ਅੱਗੇ ਨਹੀਂ ਤੁਰਦਾ। ਸਤਿਗੁਰੂ ਨੇ ਬਥੇਰਾ ਯਤਨ ਕੀਤਾ। ਆਨੰਦਪੁਰ ਸਾਹਿਬ ਦੀ ਇਹ ਘਟਨਾ ਹੈ। ਘੋੜਾ ਅੱਗੇ ਤੁਰਦਾ ਨਹੀਂ। ਜਿਹੜਾ ਨਾਲ ਸਿੱਖ ਸੀ ਉਹਨੂੰ ਮਹਾਰਾਜ ਕਹਿੰਦੇ, ਜਾ ਅੱਗੇ ਵੇਖ ਕੇ ਆ, ਕੋਈ ਟੋਇਆ ਤੇ ਨਹੀਂ, ਕੋਈ ਖਤਰਾ ਤੇ ਨਹੀਂ, ਸਾਡਾ ਘੋੜਾ ਨਹੀਂ ਅੱਗੇ ਤੁਰਦਾ। ਸਿੱਖ ਅੱਗੇ ਵੇਖਣ ਗਿਆ, ਕੁਝ ਨਹੀਂ ਲੱਭਾ। ਆ ਕੇ ਕਹਿੰਦਾ, ਮਹਾਰਾਜ ਅੱਗੇ ਤੇ ਕੋਈ ਦੁਸ਼ਮਣ ਨਹੀਂ, ਕਿਸੇ ਦਾ ਕੋਈ ਮੋਰਚਾ ਨਹੀਂ, ਕੋਈ ਖਤਰਾ ਨਹੀਂ। ਮਹਾਰਾਜ ਨੇ ਕਿਹਾ, ਧਿਆਨ ਨਾਲ ਵੇਖ ਕੇ ਆ। ਜਦੋਂ ਦੂਜੀ ਵਾਰੀ ਗਿਆ, ਕਹਿੰਦੇ ਹੋਰ ਤੇ ਕੁਝ ਨਹੀਂ ਅੱਗੇ। ਅੱਗੇ ਇੱਕ ਫਸਲ ਉੱਗੀ ਹੋਈ ਹੈ, ਤੰਬਾਕੂ ਦੀ ਫਸਲ, ਤੰਬਾਕੂ ਦਾ ਖੇਤ ਹੈ। ਮਹਾਰਾਜ ਨੇ ਘੋੜਾ ਵਾਪਸ ਮੋੜ ਲਿਆ। ਕਹਿਣ ਲੱਗੇ, ਗੁਰੂ ਕੇ ਸਿੱਖਾ, ਤੂੰ ਕਹਿੰਦਾ ਅੱਗੇ ਕੋਈ ਦੁਸ਼ਮਣ ਨਹੀਂ, ਸਾਰਿਆਂ ਤੋਂ ਵੱਡਾ ਦੁਸ਼ਮਣ ਹੀ ਅੱਗੇ ਬੈਠਾ ਹੈ। ਏਡਾ ਵੱਡਾ ਹੋਰ ਕੋਈ ਦੁਸ਼ਮਣ ਹੈ ਹੀ ਨਹੀਂ। ਗੁਰੂ ਦਾ ਘੋੜਾ ਵੀ ਤੰਬਾਕੂ ਵਿੱਚੋਂ ਨਹੀਂ ਲੰਘਦਾ, ਤੇ ਸਿੱਖ ਦੀ ਇੱਕ ਇੱਕ ਰਗ ਦੇ ਵਿੱਚ ਤੰਬਾਕੂ, ਪੋਸਤ, ਅਫੀਮ ਇਹ ਪੈ ਜਾਏ ਤੇ ਫਿਰ ਆਪਣੇ ਆਪ ਸੋਚ ਲਈਏ ਗੁਰੂ ਨਾਲ ਸਾਡੀ ਕਿੰਨੀ ਕੁ ਸਾਂਝ ਹੋ ਸਕਦੀ। ਗੱਲ ਤੇ ਮੰਨਣ ਤੇ ਆਉਣੀ ਹੈ। ਜਿੰਨਾ ਚਿਰ ਉਹਨੂੰ ਜ਼ਿੰਦਗੀ ਦੇ ਵਿੱਚ ਅਸੀਂ ਧਾਰਦੇ ਨਹੀਂ, ਮੰਨੈ ਪਾਵੈ ਹੈ ਮੋਖ ਦੁਆਰ, ਗੱਲ ਮੰਨਣੀ ਹੈ ਸਿਰਫ। ਇਸ ਲਈ ਮੈਂ ਗੱਲ ਕਰ ਰਿਹਾ ਸੀ, ਗੁਰੂ ਤੇ ਸਿੱਖ ਦਾ ਨਿੱਜੀ ਸੰਬੰਧ ਮੰਨਣ ਤੇ ਖੜਾ ਹੈ। ਉਸ ਸਿੱਖ ਨੂੰ ਹੀ ਪਿਆਰ ਨਾਲ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਇੱਥੋਂ ਤੱਕ ਚਲੇ ਗਏ। ਕਹਿੰਦੇ ਨੇ, ਮੈਂ ਇਹਨੂੰ ਅੰਮ੍ਰਿਤ ਦਿੱਤਾ ਸੀ ਤੇ ਅੰਮ੍ਰਿਤ ਦੇ ਕੇ ਆਪਣੇ ਵਰਗਾ ਹੀ ਬਣਾ ਲਿਆ, ਘੱਟ ਨਹੀਂ ਰਹਿਣ ਦਿੱਤਾ। ਇਹ ਇੱਕੋ ਹੀ ਇਸ ਦਰ ਦੀ ਬਰਕਤ ਹੈ ਕਿ ਇੱਥੇ ਗੁਰੂ ਸਿੱਖ ਨੂੰ ਆਪਣੇ ਜਿੰਨਾ ਹੀ ਉੱਚਾ ਕਰਦਾ ਹੈ, ਘੱਟ ਨਹੀਂ ਰਹਿਣ ਦਿੰਦਾ, ਛੋਟਾ ਨਹੀਂ ਰਹਿਣ ਦਿੰਦਾ। ਇਸ ਕਰਕੇ ਪਹਿਲੀ ਪੌੜੀ ਜਪਜੀ ਸਾਹਿਬ, ਬਾਣੀ ਨਾਲ ਜੁੜੀਏ, ਧਿਆਨ ਦਿਓ, ਗੁਰਬਾਣੀ ਨਾਲ ਸਾਂਝ ਪਾਈਏ। ਹਾਂ, ਇਤਿਹਾਸ ਗੁਰਬਾਣੀ ਨੂੰ ਸਪੋਰਟ ਕਰਦਾ ਹੈ, ਇਤਿਹਾਸ ਨਾਲ ਜ਼ਰੂਰ ਰਹਿਣਾ ਚਾਹੀਦਾ, ਪਰ ਗੁਰਬਾਣੀ ਨਾਲ ਸੰਬੰਧਿਤ ਜਿਹੜਾ ਇਤਿਹਾਸ ਹੈ ਉਹਦੇ ਨਾਲ ਜਦੋਂ ਜੋੜ ਪਏਗਾ, ਸਮਝ ਆਵੇਗੀ ਜੀਵਨ ਹੈ ਕੀ ਹੈ। ਇਸ ਕਰਕੇ ਆਨੰਦ ਤੱਕ ਪਹੁੰਚਣ ਵਾਸਤੇ ਪਹਿਲਾ ਜਿਹੜਾ ਸਬਜੈਕਟ ਹੈ ਉਹ ਜਪ ਹੈ। ਜਪ ਕਰਨਾ, ਰਸਨਾ ਦੇ ਨਾਲ ਬੋਲਣਾ, ਨਾਮ ਜਪਣਾ, ਬਾਣੀ ਪੜ੍ਹਨੀ। ਤੇ ਜਿੱਦਣ ਜਪ ਦੇ ਨਾਲ ਬੰਦੇ ਦਾ ਮਨ ਭਰਿਆ ਗਿਆ, ਜਪਦਾ ਰਿਹਾ ਤੇ ਅੰਦਰ ਸ਼ਬਦ ਪੂਰੀ ਤਰ੍ਹਾਂ ਭਰਮਾਰ ਕਰ ਗਿਆ। ਤੇ ਆਪ ਜੀ ਨੂੰ ਪਤਾ, ਭਾਂਡੇ ਵਿੱਚ ਪਾਣੀ ਪਾਓ ਤੇ ਇੱਕ ਸਮਾਂ ਆਉਂਦਾ ਜਦੋਂ ਪਾਣੀ ਵਾਪਸ ਡੁੱਲਣ ਲੱਗ ਪੈਂਦਾ ਬਾਹਰ। ਪਾਣੀ ਪਾਈ ਜਾਓ। ਇੱਕ ਦਿਨ ਸਮਾਂ ਆਉਂਦਾ ਪਾਣੀ ਵਾਪਸ ਬਾਹਰ ਡੁੱਲਣ ਲੱਗ ਪੈਂਦਾ। ਜਿੱਦਣ ਇੰਨਾ ਜਪ ਲਿਆ ਸਿੱਖ ਨੇ ਵੀ ਜਾਪ ਦੇ ਨਾਲ ਗਲੇ ਤੱਕ ਭਰਿਆ ਗਿਆ ਪੂਰੀ ਤਰ੍ਹਾਂ। ਹੁਣ ਜਪਦਾ ਨਹੀਂ, ਬਸ ਚੁੱਪ ਕਰਕੇ ਵਹਿੰਦਾ ਵੀ ਅੰਦਰੋਂ ਜਾਪ ਬਾਹਰ ਨੂੰ ਆ ਰਿਹਾ। ਇਹ ਵਾਪਸੀ ਹੋ ਗਈ, ਸ਼ਬਦ ਬਾਹਰ ਨੂੰ ਨਿਕਲਦਾ। ਇਹ ਦੂਜੀ ਅਵਸਥਾ, ਇਹਨੂੰ ਕਿਹਾ ਗਿਆ ਜਾਪ। ਜਾਪ ਦਾ ਮਤਲਬ ਹੁੰਦਾ ਹੈ ਜਿਹਨੂੰ ਕਰਨਾ ਨਹੀਂ ਪੈਂਦਾ, ਜੋ ਆਪਣੇ ਆਪ ਹੀ ਹੋਈ ਜਾਂਦਾ ਹੈ। ਅਸੀਂ ਕਹਿੰਦੇ ਉਹ ਤੇ ਕੋਈ ਬੜੀ ਵੱਡੀ ਗੱਲ ਹੋਵੇ, ਵੱਡੀ ਨਹੀਂ ਗੱਲ। ਆ ਦੁਨੀਆ ਦੀਆਂ ਗੱਲਾਂ ਅਸੀਂ ਆਪਣੇ ਆਪ ਹੀ ਅੰਦਰੋਂ ਨਿਕਲੀ ਆਉਂਦੀਆਂ ਨੇ ਸਾਰੀਆਂ, ਇੰਨੀ ਵਾਰੀ ਅੰਦਰ ਪਾਈਆਂ ਨੇ, ਹੁਣ ਸੋਚਣਾ ਪੈਂਦਾ ਹੀ ਨਹੀਂ, ਆਪਣੇ ਆਪ। ਕਦੀ ਯਾਦ ਕਰਨਾ ਪੈਂਦਾ ਪੁੱਤਰ ਨੂੰ, ਵਿੱਚੋਂ ਆਪਣੇ ਆਪ ਨਿਕਲੀ ਜਾਂਦਾ, ਉਹਨੂੰ ਇੰਨੇ ਡੂੰਘੇ ਥਾਂ ਤੇ ਅੰਦਰ ਬਿਠਾ ਲਿਆ। ਇਸ ਤਰ੍ਹਾਂ ਜਿੱਦਣ ਗੁਰੂ ਕਾ ਸ਼ਬਦ ਸਾਡੇ ਜੀਵਨ ਦੀ ਤਹਿ ਵਿੱਚ ਚਲਾ ਗਿਆ, ਗੁਰੂ ਕੇ ਸਵਾਰਿਓ, ਇੱਕ ਦਿਨ ਜ਼ਿੰਦਗੀ ਦਾ ਘੜਾ ਭਰਿਆ ਗਿਆ ਤੇ ਇੱਕ ਦਿਨ ਸਮਾਂ ਆ ਜਾਏਗਾ ਸਿੱਖ ਨੂੰ ਬੋਲਣਾ ਨਹੀਂ ਪਏਗਾ, ਗੁਰੂ ਉਹਦੇ ਜੀਵਨ ਵਿੱਚ ਆਪੇ ਬੋਲਣ ਲੱਗ ਪਏਗਾ। ਇਹ ਦੂਜੀ ਮੰਜ਼ਿਲ ਹੈ ਜਾਪ ਸਾਹਿਬ, ਇਹਦੇ ਵਿੱਚ ਹੀ ਦੂਸਰੀ ਬਾਣੀ ਦਿੱਤੀ ਜਾਪ। ਤੇ ਜਾਪ ਦਾ ਜਿੱਦਣ ਜਾਪ ਦੇ ਵਿੱਚ ਸੰਪੂਰਨਤਾ ਆ ਗਈ, ਜਦੋਂ ਗੁਰੂ ਕਾ ਸ਼ਬਦ ਅੰਦਰ ਚੰਗੀ ਤਰ੍ਹਾਂ ਟਿਕ ਗਿਆ, ਫਿਰ ਇੱਕ ਅੰਦਰ ਇੱਕਦਮ ਤਬਦੀਲੀ ਆਉਂਦੀ, ਉਹਨੂੰ ਕਹਿੰਦੇ ਵਿਰਾਗ ਦਾ ਆ ਜਾਣਾ। ਵਿਰਾਗ ਦਾ ਮਤਲਬ ਕੀ ਹੈ?
ਦੁਨੀਆ ਦੀ ਅਸਲੀਅਤ ਦਿਸ ਪੈਣੀ ਹੈ ਕੀ ਹੈ। ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਵਿਰਾਗ ਦੀ ਭਰੀ ਹੋਈ। ਵਿਰਾਗ ਦਾ ਮਤਲਬ ਉਦਾਸੀ ਨਹੀਂ, ਵਿਰਾਗ ਦਾ ਮਤਲਬ ਚੜ੍ਹਦੀ ਕਲਾ ਵਿੱਚ ਰਹਿਣਾ। ਵਿਰਾਗ ਦਾ ਮਤਲਬ ਸਿਰਫ ਇੰਨਾ ਹੋਸ਼ ਆ ਜਾਣੀ ਕਿ ਆ ਹੁਣ ਜਿਹੜੀ ਮਿੱਟੀ ਪਈ ਹੈ, ਮਿੱਟੀ ਮੇਰੀ ਕੰਮ ਨਹੀਂ ਆਉਣੀ, ਪਦਾਰਥ ਮੇਰੇ ਕੰਮ ਨਹੀਂ ਆਉਣੇ, ਮੇਰੇ ਕੰਮ ਨਾਮ ਨੇ ਆਉਣਾ, ਮੇਰੇ ਕੰਮ ਗੁਰੂ ਕੇ ਸ਼ਬਦ ਨੇ ਆਉਣਾ। ਇਹਨੂੰ ਕਹਿੰਦੇ ਇਸ ਬੰਦੇ ਨੂੰ ਵਿਰਾਗ ਹੋ ਗਿਆ। ਇਹ ਤੀਜੀ ਬਾਣੀ ਹੈ ਸਵਈਏ ਵਿਰਾਗ ਦੀ ਬਾਣੀ। ਤੇ ਸਾਰੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਰਾਗ, ਸਾਰਾ ਜੀਵਨ ਉਹਨਾਂ ਦਾ ਵਿਰਾਗ ਵਿੱਚ। ਤਾਂ ਹੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਜ਼ਿੰਦਗੀ ਵਿੱਚ ਬੋਲੇ ਬੜਾ ਘੱਟ ਨੇ। ਆਪਣੀ ਜ਼ਿੰਦਗੀ ਦੇ ਵਿੱਚ ਕਈਆਂ ਨੇ ਤਾਂ ਇਹ ਵੀ ਕਿਹਾ ਸਾਰੀ ਜ਼ਿੰਦਗੀ ਹੱਸੇ ਨਹੀਂ, ਇੱਕੋ ਵਾਰੀ ਹੱਸੇ ਨੇ ਜਦੋਂ ਸ਼ਹੀਦੀ ਆਉਣ ਲੱਗੀ। ਬਸ ਇੱਕੋ ਵਾਰੀ। ਉਹਦਾ ਇੱਕੋ ਹੀ ਭੇਦ ਸੀ। ਕਿਸੇ ਨੇ ਪੁੱਛਿਆ ਮਹਾਰਾਜ ਸਾਰੀ ਉਮਰ ਤਾਂ ਹੱਸਦੇ ਨਹੀਂ ਵੇਖਿਆ, ਅੱਜ ਹੱਸਣ ਲੱਗੇ ਹੋ? ਕਹਿਣ ਲੱਗੇ ਹੱਸਣ ਤਾਂ ਲੱਗਾ, ਆ ਜਿਨ੍ਹਾਂ ਨੇ ਹੱਥ ਵਿੱਚ ਕਿਰਪਾਨ ਫੜੀ ਹੈ ਮੈਨੂੰ ਕਤਲ ਕਰਨ ਵਾਸਤੇ, ਇਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਮੈਂ ਸਰੀਰ ਨਹੀਂ, ਮੈਂ ਸਰੀਰ ਤੋਂ ਅੱਗੇ ਜਿਉਣਾ। ਇਹਨਾਂ ਨੂੰ ਅੱਜ ਤੱਕ ਇਹ ਨਹੀਂ ਭੁਲੇਖਾ ਨਿਕਲਿਆ ਵੀ ਮੈਂ ਸਰੀਰ ਹੀ ਹਾਂ ਇਕੱਲਾ। ਸਰੀਰ ਨੂੰ ਕਤਲ ਕਰ ਲੈਣਗੇ, ਇਹਦੇ ਨਾਲ ਮੈਂ ਕਤਲ ਨਹੀਂ ਹੋਣਾ, ਮੈਂ ਇੱਥੇ ਹੀ ਰਹਿਣਾ। ਇਸ ਕਰਕੇ ਉਹਨਾਂ ਦੀ ਸਾਰੀ ਬਾਣੀ ਵਿਰਾਗ ਹੈ। ਅੱਜ ਦੇ ਕੁਝ ਨਵੇਂ ਗਿਆਨਵਾਨ ਪ੍ਰਚਾਰਕ ਉੱਠੇ ਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੰਦਗੀ ਤੇ ਭਗਤੀ ਤੇ ਵੀ ਸ਼ੰਕਾ ਉਠਾ ਰਹੇ ਨੇ ਵੀ ਉਹਨਾਂ ਨੇ 27 ਸਾਲ ਭਗਤੀ ਕੋਈ ਨਹੀਂ ਕੀਤੀ, ਪ੍ਰਚਾਰ ਹੀ ਕੀਤਾ ਹੈ। ਤੇ ਪ੍ਰਚਾਰਕ ਤੇ ਅਸੀਂ ਪਤਾ ਨਹੀਂ ਪੰਜਾਬ ਵਿੱਚ ਗਿਣ ਲਓ ਕਿੰਨੇ ਹਜ਼ਾਰ ਪ੍ਰਚਾਰਕ ਹੈ, ਕਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਰਾਬਰ ਜਾ ਕੇ ਸ਼ਹੀਦੀ ਦੇਗਾ ਕੋਈ? ਕੀ ਗੁਰੂ ਪ੍ਰਚਾਰਕ ਹੈ? ਤੂੰ ਸੁਲਤਾਨ ਕਹਾਂ ਹੋ ਮੀਆਂ। ਗੁਰੂ ਤੇ ਉਹ ਸ਼ਕਤੀ ਹੈ ਜਿਹੜੀ ਪ੍ਰਚਾਰਕ ਬਣਾਉਂਦੀ ਏ, ਉਹ ਆਪ ਪ੍ਰਚਾਰਕ ਨਹੀਂ। ਗੁਰੂ ਉਹਨੂੰ ਕਹਿੰਦੇ ਨੇ ਜਿਹੜਾ ਚੁੱਪ ਕਰਕੇ ਬੋਲਦਾ ਤੇ ਲੋਕਾਂ ਦੀ ਜ਼ਿੰਦਗੀ ਬਦਲ ਦਿੰਦਾ ਹੈ। ਉਹਨੂੰ ਬੋਲਣ ਦੀ ਲੋੜ ਨਹੀਂ ਪੈਂਦੀ, ਉਹ ਨਜ਼ਰ ਪਾਉਂਦਾ ਹੈ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਤਾਰਿਓ। ਆ ਬੋਲਣ ਵਾਲੇ ਤੇ ਆਪਣੇ ਵਰਗੇ ਰੱਖੇ ਸਨ, ਪਰ ਹੁਣ ਸਾਨੂੰ ਭੁਲੇਖਾ ਪੈ ਗਿਆ ਜਿਵੇਂ ਦੇ ਗੁਰੂ ਤੇਗ ਬਹਾਦਰ ਸਾਹਿਬ ਸਨ ਉਵੇਂ ਦਾ ਮੈਂ ਹਾਂ। ਉਹ ਵੀ ਪ੍ਰਚਾਰਕ ਸਨ ਤੇ ਮੈਂ ਵੀ ਪ੍ਰਚਾਰਕ। ਇਸ ਤਰ੍ਹਾਂ ਹੀ ਹੁੰਦਾ ਹੈ ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਪੁੱਠਾਪਣ ਆਉਂਦਾ ਹੈ ਤੇ ਸਭ ਤੋਂ ਪਹਿਲਾਂ ਉਹਦੀ ਮੱਤ ਪੁੱਠੀ ਹੋ ਜਾਂਦੀ ਹੈ। ਸਤਿਗੁਰੂ ਤੇ ਸਾਰੀ ਉਮਰ, ਮੈਂ ਤੇ ਕਹਿਣਾ ਭੋਰੇ ਦੀ ਤੇ ਗੱਲ ਹੀ ਛੱਡ ਦਿਓ, ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਭੋਰਾ ਨਾਂ ਵੀ ਬਣਾਉਂਦੇ ਉਹ ਤਾਂ ਵੀ ਭੋਰੇ ਵਿੱਚ ਸਨ, ਤਾਂ ਵੀ ਇਕਾਂਤ ਵਿੱਚ ਸਨ। ਉੱਥੇ ਤੇ ਫਰਕ ਹੀ ਨਹੀਂ ਪੈਂਦਾ। ਬਣਾਇਆ ਉਹਨਾਂ ਨੇ। ਬਾਬੇ ਬਕਾਲੇ ਦੇ ਵਿੱਚ ਭਗਤੀ ਕੀਤੀ, ਹਾਂ ਠੀਕ ਹੈ, ਬਾਹਰ ਨਿਕਲਦੇ ਰਹੇ, ਲੋਕਾਂ ਨੂੰ ਮਿਲਦੇ ਰਹੇ, ਕਿਤੇ ਚਲੇ ਵੀ ਗਏ ਹੋਣਗੇ, ਕੋਈ ਹਰਜ ਨਹੀਂ। ਪਰ ਉਹਨਾਂ ਦੀ ਸਾਰੀ ਜ਼ਿੰਦਗੀ ਵੇਖ ਲਓ, ਸਾਰੀ ਬਾਣੀ ਪੂਰੇ ਵਿਰਾਗ ਦੀ ਗੱਲ ਕਰਦੀ ਏ। 9 ਸਾਲ ਤੱਕ 1621 ਵਿੱਚ ਉਹਨਾਂ ਦਾ ਜਨਮ ਹੋਇਆ ਤੇ 9 ਸਾਲ ਆਪ ਜੀ ਗੁਰੂ ਕੇ ਮਹਿਲ ਰਹੇ ਨੇ। ਗੁਰੂ ਕਾ ਮਹਿਲ ਗੁਰਦੁਆਰਾ ਹੈ ਜਿੱਥੇ 9ਵੇਂ ਪਾਤਸ਼ਾਹ ਦਾ ਪ੍ਰਕਾਸ਼ ਜਨਮ ਹੋਇਆ ਤੇ ਉਸ ਥਾਂ ਤੇ ਗੁਰੂ ਕੇ ਸਵਾਰਿਓ ਪ੍ਰਕਾਸ਼ ਹੋਇਆ। 9 ਸਾਲ ਰਹੇ। ਕਿਸੇ ਨੇ ਵੱਡੇ ਭਰਾ ਦਾ ਵਿਆਹ ਸੀ, ਕਿਸੇ ਸਿੱਖ ਨੇ ਬੜਾ ਸੋਹਣਾ ਜਾਮਾ ਦਿੱਤਾ, ਆਪ ਜੀ ਪਾ ਕੇ ਬਾਹਰ ਨਿਕਲੇ। ਇੱਕ ਗਰੀਬ ਜਿਹਾ ਬੱਚਾ ਠੰਡ ਨਾਲ ਕੰਬਦਾ ਆ ਰਿਹਾ ਸੀ, ਉਹਦੇ ਵੱਲ ਵੇਖ ਕੇ ਤਰਸ ਆ ਗਿਆ। ਤਰਸ ਆਇਆ, ਆਪਣਾ ਸੋਹਣਾ ਜਿਹੜਾ ਕੀਮਤੀ ਕੋਟ ਕਹਿ ਲਵੋ, ਚੰਗਾ ਜਾਮਾ ਕਹਿ ਕੇ ਚੁੱਕ ਕੇ ਉਹਦੇ ਗਲ ਵਿੱਚ ਪਾ ਦਿੱਤਾ। ਮਾਤਾ ਨੂੰ ਪਤਾ ਲੱਗਾ, ਉਹਨਾਂ ਬੁਲਾ ਲਿਆ, ਝਿੜਕਿਆ। ਕਹਿੰਦੇ ਜੇ ਦੇਣਾ ਸੀ ਕੁਝ ਤੇ ਹੋਰ ਥੋੜੇ ਕੱਪੜੇ ਨੇ ਪੁਰਾਣੇ, ਉਹ ਦੇ ਦੇਣੇ ਸਨ। ਸਤਿਗੁਰੂ ਜੀ ਹੱਸ ਪਏ, ਕਹਿਣ ਲੱਗੇ ਮਾਤਾ ਦਾਨ ਉਹਨੂੰ ਨਹੀਂ ਕਹਿੰਦੇ ਜਿਹੜਾ ਬੰਦਾ ਸੋਚ ਸੋਚ ਕੇ ਕਰਦਾ ਹੈ,
ਦਾਨ ਉਹਨੂੰ ਕਹਿੰਦੇ ਨੇ ਜਿਹੜਾ ਪਹਿਲਾਂ ਹੋ ਜਾਂਦਾ ਤੇ ਬਾਅਦ ਵਿੱਚ ਪਤਾ ਲੱਗਦਾ ਮੈਂ ਕੀ ਦਿੱਤਾ ਹੈ। ਕਹਿਣ ਲੱਗੇ ਤੂੰ ਇੰਨਾ ਕੀਮਤੀ ਚੋਲਾ ਉਹਨਾਂ ਨੂੰ ਦੇ ਦਿੱਤਾ ਹੈ। ਤੇ ਸਤਿਗੁਰੂ ਨੇ ਬਚਨ ਕੀਤੇ ਸਨ, ਕਿਉਂਕਿ ਕੁਝ ਇਤਿਹਾਸ ਨੇ ਜਿਹੜੇ ਅੱਜ ਕੱਲ੍ਹ ਦੇ ਵਿਦਵਾਨਾਂ ਦੀ ਸਮਝ ਨਹੀਂ ਆਉਣੇ, ਕਿਉਂਕਿ ਉਹਨਾਂ ਨੇ ਪ੍ਰੂਫ ਮੰਗਣੇ ਨੇ। ਕੁਝ ਇਤਿਹਾਸ ਐਸੇ ਹੁੰਦੇ ਨੇ ਜਿਹੜੇ ਚੁੱਪ ਕਰਕੇ ਬਣਾਏ ਜਾਂਦੇ ਨੇ, ਚੁੱਪ ਕਰਕੇ ਬੋਲਦੇ ਨੇ, ਉਹਨਾਂ ਵਿੱਚੋਂ ਲਫ਼ਜ਼ ਪੈਦਾ ਹੁੰਦੇ ਨੇ। ਸਤਿਗੁਰੂ ਨੇ ਬੋਲੇ ਨਹੀਂ। ਜਦੋਂ ਮਾਂ ਨੇ ਕਿਹਾ ਸੀ ਕਿ ਇੰਨਾ ਕੀਮਤੀ ਜਿਹੜਾ ਚੋਲਾ ਹੈ ਉਹ ਤੂੰ ਦੇ ਦਿੱਤਾ ਹੈ, ਸਤਿਗੁਰੂ ਨੇ ਕਿਹਾ ਮਾਂ ਬੜੀ ਭੋਲੀ ਏ, ਅੱਜ ਤੇ ਆ ਸਰੀਰ ਤੇ ਪਾਏ ਹੋਏ ਕੱਪੜਿਆਂ ਨੂੰ ਵੇਖ ਕੇ ਕਹਿੰਦੀ ਇਹ ਕਿਉਂ ਕਿਸੇ ਨੂੰ ਦੇ ਦਿੱਤਾ ਹੈ। ਇਸ ਮਾਂ ਨੂੰ ਇਹ ਵੀ ਪਤਾ ਨਹੀਂ ਕਿ ਜਦੋਂ ਤੇਰੀ ਉਮਰ ਪਿਛਲੀ ਹੋਵੇਗੀ, ਅਨੰਦਪੁਰ ਸਾਹਿਬ ਵਿੱਚ ਬਜ਼ੁਰਗੀ ਵਿੱਚ ਚਲੀ ਜਾਏਗੀ, ਤੇਰੇ ਇਸ ਪੁੱਤਰ ਨੇ ਆਪਣੇ ਸਰੀਰ ਦਾ ਚੋਲਾ ਵੀ ਇਸ ਹਿੰਦੁਸਤਾਨ ਦੀ ਲਹਿੰਦੀ ਹੋਈ ਇੱਜ਼ਤ ਨੂੰ ਢੱਕਣ ਵਾਸਤੇ ਵਾਰ ਦੇਣਾ। ਬਾਕੀ ਤੇ ਗੱਲ ਬਹੁਤ ਪਿੱਛੇ ਰਹਿ ਗਈ। ਇਸ ਤਰ੍ਹਾਂ ਵਿਰਾਗ ਉਹਨਾਂ ਦੀ ਜ਼ਿੰਦਗੀ ਵਿੱਚ ਸੀ। ਐਸੇ ਸਤਿਗੁਰੂ ਦੇ ਉੱਤੇ, ਉਹਨਾਂ ਦੇ ਜੀਵਨ ਦੇ ਉੱਤੇ ਬੋਲਣ ਤੋਂ ਪਹਿਲਾਂ 1000 ਵਾਰੀ ਸੋਚਣਾ ਚਾਹੀਦਾ ਹੈ। ਇਸ ਕਰਕੇ ਮੈਂ ਵਿਸ਼ਾ ਸਮਾਪਤ ਕਰਦਿਆਂ ਟਾਈਮ ਦੇ ਮੁਤਾਬਕ ਬੇਨਤੀ ਕਰ ਰਿਹਾ ਸੀ, ਆਨੰਦ ਮੰਜ਼ਲ ਹੈ। ਜਾਪ ਤੋਂ ਅੱਗੇ ਵਿਰਾਗ ਆਉਂਦਾ ਹੈ। ਸਵਈਏ ਸਾਰੇ ਵਿਰਾਗ ਨੇ, ਤੇ ਜਦੋਂ ਵਿਰਾਗ ਆਵੇਗਾ ਪਤਾ ਲੱਗ ਗਿਆ ਵੀ ਇੱਥੇ ਮੇਰਾ ਕੁਝ ਨਹੀਂ, ਫਿਰ ਆਵੇਗੀ ਅਰਦਾਸ। ਚੌਥੀ ਬਾਣੀ ਅਰਦਾਸ ਦੀ ਏ ਕਿ ਮੇਰੀ ਰੱਖਿਆ ਕਰੋ। ਰੱਖਿਆ ਕਿਉਂ ਕਰੋ? ਆ ਜਿਹੜੀਆਂ ਚੀਜ਼ਾਂ ਤੇ ਮੈਂ ਭਰੋਸਾ ਕਰਕੇ ਬੈਠਾ ਸੀ ਇਹ ਮੇਰੀ ਰਾਖੀ ਕਰਨ ਵਾਲੀਆਂ ਨਹੀਂ, ਇਹ ਮੇਰੇ ਤੋਂ ਖੁੱਸ ਜਾਣੀਆਂ ਨੇ। ਉਹ ਚੌਪਈ ਸਾਹਿਬ ਸਾਰੀ ਅਰਦਾਸ ਹੈ। ਤੇ ਜਦੋਂ ਅਰਦਾਸ ਆਈ ਉਦੋਂ ਬਖਸ਼ਿਸ਼ ਹੋਈ, ਤੇ ਬਖਸ਼ਿਸ਼ ਹੋਈ ਤੇ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਇਹ ਮੰਜ਼ਲ ਹੈ। ਮੈਂ ਗੱਲ ਕਰ ਰਿਹਾ ਸੀ ਸਰੀਰ ਦੀ, ਜਿਹੜਾ ਸਰੀਰ ਦੀ ਮੰਜ਼ਲ ਹੈ ਭੋਜਨ, ਤੇ ਅੰਦਰਲੇ ਸਰੀਰ ਦੀ ਮੰਜ਼ਲ ਹੈ ਆਨੰਦ। ਸਾਡੇ ਅੰਦਰ ਵੀ ਇੱਕ ਸਰੀਰ ਹੈ, ਅਸੀਂ ਉਸ ਸਰੀਰ ਤੱਕ ਜਾਣਾ ਹੈ। ਇੱਥੋਂ ਦੀ ਜਿਹੜੀ ਸਾਰੀ ਵਿਦਿਆ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਉਹ ਅੰਦਰਲੇ ਸਰੀਰ ਦੀ ਵਿਦਿਆ ਦੀ ਗੱਲ ਕਰਦੀ ਹੈ। ਸੋ ਸਾਧ ਸੰਗਤ ਜੀ, ਆਪ ਜੀ ਇਹਨਾਂ ਸਮਾਗਮਾਂ ਵਿੱਚ ਪਹੁੰਚੇ ਹੋ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਉਪਰਾਲਾ ਇਸ ਇਲਾਕੇ ਵਿੱਚ ਬਾਬਾ ਜਗਮੋਹਨ ਸਿੰਘ ਜੀ, ਉਹਨਾਂ ਦੇ ਸਹਿਯੋਗੀ ਸਾਰੇ ਕਰਦੇ ਨੇ। ਔਰ ਇੱਥੇ ਕਈ ਵਾਰੀ ਲੰਘੀ ਦਾ ਸੀ ਬੋਰਡ ਲੱਗਾ ਹੁੰਦਾ, ਔਰ ਬਾਬਾ ਜੀ ਮਿਲਦੇ ਰਹਿੰਦੇ ਸੀ ਸਮਾਗਮਾਂ ਦੇ ਵਿੱਚ। ਕਈ ਵਾਰੀ ਗੱਲਬਾਤ ਹੋਈ। ਅੱਜ ਸਮਾਂ ਬਣਿਆ ਆਪ ਦੇ ਦਰਸ਼ਨ ਕਰਨ ਦਾ। ਸਤਿਗੁਰੂ ਕਿਰਪਾ ਕਰਨ ਇਸ ਸਥਾਨ 'ਤੇ ਵਿਦਿਆਰਥੀ ਵਿਦਿਆ ਵੀ ਲੈ ਰਹੇ ਨੇ, ਕੀਰਤਨ ਦੀ ਸਿਖਲਾਈ ਵੀ ਹੋ ਰਹੀ ਹੈ। ਇਹ ਹੈ ਗੁਰਮਤ ਦਾ ਸ਼ਬਦ ਦਾ ਲੰਗਰ ਬਣਨਾ। ਅੱਜ ਜ਼ਰੂਰਤ ਹੈ ਪਿੰਡ ਪੱਧਰ 'ਤੇ, ਜ਼ਮੀਨੀ ਪੱਧਰ 'ਤੇ ਸੋਚ ਨੂੰ ਜਗਾਉਣ ਦੀ ਲੋੜ ਹੈ। ਕਿਉਂਕਿ ਇੱਕ ਹੁੰਦਾ ਬਾਹਰ ਸਟੇਜਾਂ 'ਤੇ ਪ੍ਰਚਾਰ ਦੀ ਗੱਲ ਕਰਨੀ, ਜਾਂ ਕੁਝ ਕੇਂਦਰਾਂ 'ਤੇ ਪ੍ਰਚਾਰ ਦੀ ਗੱਲ ਕਰਨੀ। ਇੱਕ ਹੁੰਦਾ ਲੋਕਾਂ ਦੇ ਤਹਿ ਵਿੱਚ ਜਾ ਕੇ ਜਿਹੜੀ ਬਿਲਕੁਲ ਤਹਿ ਵਿੱਚ ਉਹਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕਰਨੀ। ਉਹ ਸਾਰੇ ਪ੍ਰਬੰਧ ਗੁਰਮਤ ਵਿੱਚ ਹੋਣੇ ਚਾਹੀਦੇ ਨੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਕਰਨੀ ਜੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਿੰਘ ਸਾਹਿਬ ਜੀ, ਉਹਨਾਂ ਦੀ ਆਪਣੀ ਸਟੇਜ, ਆਪਣਾ ਅਸਥਾਨ ਹੈ। ਜਿੰਨਾ ਸਮਾਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਚੰਗਾ ਸਮਝਣ, ਉਹਨਾਂ ਸਮਾਂ ਸੰਗਤ ਵਿੱਚ ਕਿਰਪਾ ਕਰਨ ਜੀ। ਮਹਾਂਪੁਰਖਾਂ ਵੱਲੋਂ ਬੇਨਤੀ ਹੈ ਉਹੀ ਮਾਈਕ ਖੜਾ ਕਰ ਦਿਓ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਬੁੱਢਾ ਦਲ ਆਪਣੇ ਵਿਚਕਾਰ ਪਹੁੰਚੇ ਹਨ। ਆਓ ਉਹਨਾਂ ਦਾ ਸਮਾਂ ਹੈ ਜੀ। ਜਿਤਨਾ ਸਮਾਂ ਮਹਾਂਪੁਰਖ ਚਾਹੁਣ ਸੰਗਤ ਵਿੱਚ ਲਾ ਸਕਦੇ ਹਨ। ਉਹਨਾਂ ਦੀ ਆਪਣੀ ਸਟੇਜ, ਆਪਣਾ ਸਥਾਨ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਪਹੁੰਚੇ ਹਨ। ਸੋ ਸੰਗਤ ਵਿੱਚ ਪਤਾ ਲੱਗੇ ਕਿ ਆਏ ਹਨ। ਗੱਜ ਕੇ ਜੈਕਾਰੇ ਦੀ ਗੂੰਜ ਵਿੱਚ ਸਭ ਨੇ
ਮਹਾਂਪੁਰਖਾਂ ਨੂੰ ਜੀਓ ਆਇਆਂ ਨੂੰ ਕਹਿਣਾ ਹੈ ਜੀ। ਬੋਲੇ